सत श्री अकाल दोस्तों, वेलकम टू इलैक्ट्रिक इंग्लिश। जिमें कि तुहानू सबनों पता है कि P++ ਦੀ नोटिफिकेशन आउट हो गई है ना। तुसीं सब किते नोटिफिकेशनस दी वीडियोज़ देख लिया होंगियां, हर चैनल ते वेरीअस टीचर्स ने जी नोटिफिकेशन वो डिस्कस कर ली होगी। हुण स्टूडेंट्स बैफल्ड ने वी आर किहदा कोर्स करिए किहदा कोर्स करिए किहदा करिए कोर्स करिए कि ना करिए। देखो, मैं इस वीडियो दे विच तुहानू एक प्रॉपर गाइडेंस दूंगा एज अ बिग ब्रदर, ठीक है। ਉਹਦੇ ਵਿੱਚ ਉਹ ਗਾਈਡੈਂਸ ਦੇਣ ਦੇ ਲਈ ਮੈਨੂੰ ਕੋਰਸਿਸ ਦੀ ਵੀ ਲੋੜ ਪਊਗੀ ਵੀ ਇਸ ਤਰੀਕੇ ਦੇ ਕੋਰਸਿਸ ਆਉਂਦੇ ਨੇ ਮਾਰਕੀਟ ਵਿੱਚ, ਐਵੇਂ ਹੁੰਦਾ ਤਾਂ ਤੁਸੀਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਆਹ ਚੀਜ਼ਾਂ ਕਰ ਸਕਦੇ ਹੋ ਵੀ ਤੁਹਾਨੂੰ ਕੋਰਸ ਦੀ ਲੋੜ ਹੈਗੀ ਹੈ ਜਾਂ ਨਹੀਂ ਹੈਗੀ, ਕਿਵੇਂ ਚੱਲ ਸਕਦਾ। ਤਾਂ ਮੈਂ ਇਸ ਵੀਡੀਓ ਦੇ ਵਿੱਚ ਲਕਸ਼ਯ ਬੈਚ ਤੇ ਮੰਜ਼ਿਲ ਬੈਚ ਦਾ ਰੈਫਰੈਂਸ ਲਵਾਂਗਾ। ਲਾਸਟ ਤੇ ਉਹਨਾਂ ਬਾਰੇ ਮੈਂ ਤੁਹਾਨੂੰ ਦੱਸ ਦੂੰਗਾ, ਹਾਂ ਇੱਕ ਆਫਰ ਵੀ ਦੇਵਾਂਗੇ, ਉਹ ਲਾਸਟ ਤੇ ਦੇ ਦਾਂਗੇ, ਠੀਕ ਹੈ। ਲੇਕਿਨ ਮੇਨ ਮੋਟਿਵ ਹੈਗਾ ਤੁਹਾਨੂੰ ਗਾਈਡੈਂਸ ਦੇਣੀ। ਤੁਹਾਨੂੰ ਇਹ ਦੱਸ ਦਾਂਗੇ ਵੀ ਤੁਸੀਂ ਕਿਸ ਪਾਰਟ ਦੇ ਵਿੱਚ ਲਾਈ ਕਰ ਰਹੇ ਹੋ, ਵੀ ਤੁਸੀਂ ਇਸ ਪਾਰਟ ਦੇ ਅਕੋਰਡਿੰਗ ਤਿਆਰੀ ਕਰ ਲਓ, ਜਿਹੜੇ ਮਰਜ਼ੀ ਚੈਨਲ ਤੋਂ ਕਰੋ, ਸਾਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਸਾਡਾ ਮੇਨ ਮੋਟਿਵ ਹੈ ਤੁਹਾਨੂੰ ਗਾਈਡੈਂਸ ਦੇਣੀ। ਸਟਾਰਟ ਕਰਦੇ ਹਾਂ ਵੀਡੀਓ। ਤਿੰਨ ਤਰੀਕੇ ਦੇ ਕੈਂਡੀਡੇਟਸ ਅਸੀਂ ਡਿਸਾਈਡ ਕੀਤੇ ਨੇ ਵੀ ਤਿੰਨ ਤਰੀਕੇ ਦੇ ਕੈਂਡੀਡੇਟਸ ਹੁੰਦੇ ਨੇ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰਨ ਦੇ ਲਈ। ਪਹਿਲੇ ਕੈਂਡੀਡੇਟਸ ਹੈਗੇ ਨੇ ਜਿਹੜੇ ਜਮੀ ਬਿਗਨਰਸ ਨੇ, ਜਮੀ ਜ਼ੀਰੋ ਤੋਂ ਤਿਆਰੀ ਸ਼ੁਰੂ ਕਰਨੀ ਹੈ। ਹੁਣ ਇਹ ਬਿਗਨਰਸ ਕਿਹੜੇ ਨੇ? ਜਾਂ ਤਾਂ ਕਾਲਜ ਪਾਸ ਆਊਟਸ ਨੇ, ਠੀਕ ਹੈ, ਜਾਂ ਫਿਰ ਇਹ ਹੋ ਸਕਦਾ ਵੀ ਤੁਸੀਂ 5 ਸਾਲ ਹੋ ਗਏ ਤਿਆਰੀ ਛੱਡੇ ਨੂੰ, ਤੁਸੀਂ 2015 'ਚ ਤਿਆਰੀ ਕੀਤੀ ਸੀ, ਤੁਸੀਂ 2018 'ਚ ਤਿਆਰੀ ਕੀਤੀ ਸੀ, ਤੁਸੀਂ ਈਵਨ ਕਿ 2019 'ਚ ਵੀ ਤਿਆਰੀ, ਤੁਸੀਂ 2020 'ਚ ਵੀ ਤਿਆਰੀ ਕੀਤੀ, ਲੇਕਿਨ 2 ਜਾਂ 3 ਸਾਲ ਦਾ ਗੈਪ ਪੈ ਗਿਆ। ਇਹ 2-3 ਸਾਲ ਦੇ ਵਿੱਚ ਕੰਪੀਟੀਸ਼ਨ ਉਰੋਂ ਤੋਂ ਉੱਥੇ ਪਹੁੰਚ ਗਿਆ, ਤਾਂ ਤੁਸੀਂ ਬਿਗਨਰ ਹੀ ਹੋ। ਤਾਂ ਤੁਹਾਡੇ ਲਈ ਜਿਹੜੀ ਮੋਸਟ ਰੈਲੇਵੈਂਟ ਚੀਜ਼ ਰਹੇਗੀ ਉਹ ਰਹੇਗੀ ਕੋਰਸ, ਐਂਡ ਉਹ ਕੋਰਸ ਵੀ ਕਿਹੜਾ ਹੋਏਗਾ? ਪੇਡ ਕੋਰਸ, ਠੀਕ ਹੈ। ਮੈਂ ਤੁਹਾਨੂੰ ਸਾਰਾ ਕੁਝ ਦੱਸੂਗਾ ਵੀ ਪੇਡ ਕੋਰਸ ਕਿਉਂ। देखो, यूट्यूब पर अगर मैं गल करा, यूट्यूब पर पेड कोर्स नालों तो 10 गुना वध कंटेंट है ना, 10 गुना वध कंटेंट पे आऊगा, तुहानूं फ्री ऑफ चार्ज मिल जूगा। लेकिन बच्चे तुहानूं यही नहीं पता लगना भी की पढ़ना है की छड्डना है। तो सिलैक्शन इज़ नॉट अबाउट वॉट टू रीड, सिलैक्शन इज़ ऑल अबाउट वॉट टू लीव, भी छड्डना की है, सिलैक्टिव किहड़ा पढ़ना है। हुण मैनूं यार तुसीं इंग्लिश का पुछोगे, मैनूं आ पता भी P++ भी कित्थे तक पुछ सकदी है, की पुछ सकदी है। GND लू तां पुछो, 9 लेट लू तां पुछो, नीट लू तां पुछो। टीचर का एक्सपीरियंस ही काउंट करता है, उही तुहानूं ये चीज़ सिखाती है, ठीक है। ਤਾਂ ਇਸ ਕਰਕੇ ਸਾਰੀ ਕਹਾਣੀ ਹੁਣ ਤੁਹਾਨੂੰ ਵੱਧ ਤੋਂ ਵੱਧ ਯਾਰ ਤੁਸੀਂ ਪੂਰੇ ਸਾਲ ਦੇ ਵਿੱਚ ਅਗਰ ਕਿਤੇ ਵੀ ਕੋਰਸ ਵਗੈਰਾ ਲੈ ਰਹੇ ਹੋ ਤਾਂ ਮੈਕਸਿਮਮ ਟੂ ਮੈਕਸਿਮਮ 5-6 ਹਜ਼ਾਰ ਰੁਪਏ ਦੇ ਤੁਹਾਨੂੰ ਸਾਰਾ ਕੁਝ ਮਿਲ ਜਾਂਦਾ। ਕਿ ਤੁਹਾਨੂੰ 2 ਦਾ ਮਿਲ ਰਿਹਾ, 4 ਦਾ ਮਿਲ ਰਿਹਾ, 5 ਦਾ ਮਿਲ ਰਿਹਾ, ਉਹ ਮੇਰੇ ਹਿਸਾਬ ਨਾਲ ਓਡੀ ਵੱਡੀ ਚੀਜ਼ ਨਹੀਂ। ਜਿੱਡੀ ਵੱਡੀ ਚੀਜ਼ ਕੀ ਹੈ? ਟਾਈਮ। ਤਾਂ ਉਹ ਟਾਈਮ ਵਾਪਸ ਨਹੀਂ ਆਉਣਾ। ਇਹ ਨੋਟੀਫਿਕੇਸ਼ਨ 2015 ਤੋਂ ਬਾਅਦ ਹੋਣਾ ਹੀ ਹੈ ਜੀ। ਹੁਣ 2015 ਤੋਂ ਬਾਅਦ ਤੁਸੀਂ ਕੀ 5000 ਦਾ ਮੁੱਲ ਪਾ ਦੋਗੇ? ਤੁਸੀਂ ਇਸ ਵਾਰ ਸਕਿਪ ਕਰ ਦੋਗੇ, ਕਿਤੋਂ ਵੀ ਕਰਿਓ ਤਾਂ ਤੁਸੀਂ ਕੀ ਕਰਿਓ? ਪੇਡ ਕੋਰਸ ਕਰਿਓ, ਠੀਕ ਹੈ। ਇਹਨਾਂ ਦੋਵਾਂ ਦੇ ਬਾਅਦ ਚ ਆਵਾਂਗੇ। ਹੁਣ ਮੈਂ ਗੱਲ ਕਰਦਾ ਪੇਡ ਕੋਰਸ, ਠੀਕ ਹੈ। ਪਹਿਲੇ ਤੁਸੀਂ ਅਗਰ ਬਿਗਨਰਸ ਹੋ ਤਾਂ ਮੈਂ ਤੁਹਾਨੂੰ ਦੱਸਤਾ। ਤਾਂ ਪੇਡ ਕੋਰਸਿਸ ਅਗਰ ਮੈਂ ਗੱਲ ਕਰਾਂ, ਕੋਰਸਿਸ 2 ਤਰੀਕੇ ਦੇ ਹੁੰਦੇ ਨੇ। ਪਹਿਲਾ ਕੋਰਸ ਕਿਵੇਂ ਹੋ ਸਕਦਾ ਹੈ ਜੀ? ਲਾਈਵ। ਦੂਸਰਾ ਕੋਰਸ ਕੀ ਹੋ ਸਕਦਾ? ਤੁਹਾਡਾ ਰਿਕਾਰਡਡ, ਠੀਕ ਹੈ। ਦੋਵਾਂ ਦੇ ਆਪਣੇ ਆਪਣੇ ਪ੍ਰੋਜ਼ ਨੇ, ਦੋਵਾਂ ਦੇ ਆਪਣੇ ਆਪਣੇ ਕੌਨਸੀਕੁਐਂਸਿਸ ਨੇ। ਹੁਣ ਮੈਂ ਤੁਹਾਨੂੰ ਆਪਣੀ ਇੱਕ ਐਗਜ਼ਾਮਪਲ ਤੋਂ ਦੱਸਦਾ। ਪਟਵਾਰੀ ਦੀ ਨੋਟੀਫਿਕੇਸ਼ਨ ਫੈਬਰਵਰੀ ਜਾਂ ਮਾਰਚ ਦੇ ਵਿੱਚ ਆ ਗਈ ਇਸ ਸਾਲ ਦੇ ਵਿੱਚ, ਠੀਕ ਹੈ। ਉਦੋਂ ਮੈਂ ਇੰਗਲਿਸ਼ ਦਾ ਲਾਈਵ ਬੈਚ ਸ਼ੁਰੂ ਕਰਨ ਦਾ ਸੋਚਿਆ ਵੀ ਮੈਂ ਕਿਹਾ ਚਲੋ ਮੈਂ ਨਵਾਂ ਲਾਈਵ ਬੈਚ ਸ਼ੁਰੂ ਕਰਦਾ। ਮੇਰਾ ਮੰਜ਼ਿਲ ਬੈਚ ਆਲਰੇਡੀ ਸੀਗਾ ਰਿਕਾਰਡਡ, ਲੇਕਿਨ ਮੈਂ ਲਾਈਵ ਬੈਚ ਸ਼ੁਰੂ ਕਰਨ ਦਾ ਸੋਚਿਆ। ਮੈਂ ਸੋਚਿਆ ਵੀ ਅਗਰ ਇਹ ਮਤਲਬ ਇਹਨਾਂ ਨੇ ਪੇਪਰ 2-2.5 ਮਹੀਨੇ 3 ਮਹੀਨਿਆਂ ਦੇ ਵਿੱਚ ਲੈ ਲਿਆ, ਫਿਰ ਮੈਂ ਸ਼ੁਰੂ ਤੋਂ ਲਾਈਵ ਤੋਂ ਸ਼ੁਰੂ ਕਰਾ ਕੇ ਲਾਸਟ ਤੱਕ ਨਹੀਂ ਲੈ ਕੇ ਜਾ ਸਕਦਾ ਸਟੂਡੈਂਟਸ ਨੂੰ। ਬਹੁਤ ਔਖਾ ਹੋ ਜਾਊਗਾ ਜੀ। ਕਿਉਂ ਔਖਾ ਹੋ ਜਾਊਗਾ? ਕਿਉਂਕਿ ਦੇਖੋ ਕੀ ਹੁੰਦਾ ਕਿਸੇ ਵੀ ਚੀਜ਼ ਦੇ ਵਿੱਚ, ਕਿਸੇ ਵੀ ਕੋਰਸ, ਕਿਸੇ ਵੀ ਸਟੈਪਸ ਦੇ ਵਿੱਚ ਕੀ ਹੁੰਦਾ ਕੋਰਸ ਦੇ ਵਿੱਚ, ਸਭ ਤੋਂ ਪਹਿਲਾਂ ਤੁਹਾਨੂੰ ਪੜ੍ਹਨੀ ਪੈਂਦੀ ਹੈ ਜੀ ਥਿਊਰੀ ਹਰ ਇੱਕ ਸਬਜੈਕਟ ਦੀ। ਸਪੋਜ਼ ਕਰ ਲਓ 7 ਸਬਜੈਕਟ ਨੇ, ਤੁਹਾਡੀ GS ਹੋ ਗਈ, ਤੁਹਾਡੀ ਪੰਜਾਬ GK ਹੋ ਗਈ, ਠੀਕ ਹੈ, ਤੁਹਾਡੀ ਮੈਥਸ ਹੋ ਗਿਆ, ਠੀਕ ਹੈ, ਤੁਹਾਡਾ ਉਸ ਤੋਂ ਬਾਅਦ 'ਚ ਰੀਜ਼ਨਿੰਗ ਹੋ ਗਈ, ਠੀਕ ਹੈ, ਤੁਹਾਡੀ ਉਸ ਤੋਂ ਬਾਅਦ 'ਚ ਪੰਜਾਬੀ ਹੋ ਗਈ, ਤੁਹਾਡੀ ਇੰਗਲਿਸ਼ ਹੋ ਗਈ, ਠੀਕ ਹੈ। ਤਾਂ ਤੁਸੀਂ ਸਮਝੀ ਜਾਇਓ ਪਲੀਜ਼ ਧਿਆਨ ਨਾਲ। ਹੁਣ ਮੈਂ ਤੁਹਾਨੂੰ ਪੂਰੀ ਦਿਖਾ ਦੇਣਾ, ਠੀਕ ਹੈ। ਦਿਖਾਉਣ ਵਾਸਤੇ ਦਿਖਾ ਰਿਹਾ, ਕੋਈ ਪ੍ਰਮੋਸ਼ਨ ਕੁਝ ਨਹੀਂ, ਠੀਕ ਹੈ। ਦਿਖਾਉਣ ਵਾਸਤੇ ਇੱਕ ਵਾਰ ਦੇਖ ਰਿਹਾ, ਤੁਸੀਂ ਦੇਖੀ ਚਲੋ ਪਲੀਜ਼। ਮੈਂ ਤੁਹਾਨੂੰ ਸਮਝਾ ਰਿਹਾ। ਦੇਖੋ, ਮੈਥਸ ਹੋ ਗਿਆ, ਉਦੋਂ ਬਾਅਦ ਤੁਹਾਡੀ ਰੀਜ਼ਨਿੰਗ ਹੋ ਗਈ, ਇੰਗਲਿਸ਼ ਪੰਜਾਬੀ ਜੋ ਮੈਂ ਤੁਹਾਨੂੰ ਦੱਸ ਰਿਹਾ ਸੀ, ਤੁਹਾਡਾ ਕੰਪਿਊਟਰ ਹੋ ਗਿਆ, ਪੰਜਾਬ GK ਹੋ ਗਿਆ, ਉਦੋਂ ਬਾਅਦ 'ਚ ਸਾਰੀ GS ਹੋ ਗਈ, ਸਾਰੀ GS ਦਾ ਪਾਰਟ ਹੋ ਗਿਆ। ਫਿਰ ਸਾਇੰਸ ਵੀ ਆ ਗਈ, ਫਿਰ ਸਾਇੰਸ ਐਂਡ ਟੈਕਨੋਲੋਜੀ GS ਹੋ ਗਈ, ਇਹ CA ਹੋ ਗਿਆ। ਤਾਂ 1 2 3 4 5 6 7 ਲਗਭਗ 8 ਚੀਜ਼ਾਂ ਨੇ ਜੀ। ਸਭ ਤੋਂ ਪਹਿਲਾਂ ਤੁਸੀਂ ਇਹਨਾਂ 8 ਚੀਜ਼ਾਂ ਦੀ ਕੀ ਪੜ੍ਹੋਗੇ? ਥਿਊਰੀ ਪੜ੍ਹੋਗੇ ਜੀ। ਤਾਂ ਅਗਰ ਤੁਸੀਂ ਕਿਸੇ ਵੀ ਵਧੀਆ ਟੀਚਰ ਤੋਂ ਪੜ੍ਹ ਰਹੇ ਹੋ ਤਾਂ ਉਹ ਟੀਚਰ ਹਮੇਸ਼ਾ ਤੁਹਾਨੂੰ ਵਿਸਤਾਰ ਨਾਲ ਪੜ੍ਹਾਉਂਦਾ ਹੈ। ਤਾਂ ਮੈਂ ਸਮਝਦਾ 8 ਚੀਜ਼ਾਂ ਦੀ ਜਿਹੜੀ ਥਿਊਰੀ ਹੈ ਉਹ ਘੱਟੋ ਘੱਟ 500 ਘੰਟੇ ਖਾਊਗੀ ਜੀ। ਅਗਰ ਤੁਸੀਂ ਵਧੀਆ ਤਰੀਕੇ ਨਾਲ ਪੜ੍ਹਨਾ ਹੈ, ਟਾਈਮ ਪਾਸ ਨਹੀਂ ਕਰਨਾ, ਕਿਸੇ ਵੀ ਟੀਚਰ ਤੋਂ ਪੜ੍ਹ ਲਓ, ਡਜ਼ਨਟ ਮੈਟਰ, 500 ਘੰਟੇ ਘੱਟੋ ਘੱਟ ਖਾਓ। ਉਦੋਂ ਬਾਅਦ ਫਿਰ ਮਾਈਕਰੋ ਪ੍ਰੈਕਟਿਸ। ਮਾਈਕਰੋ ਪ੍ਰੈਕਟਿਸ ਕੀ ਹੁੰਦੀ ਹੈ ਜੀ? ਚੈਪਟਰ ਵਾਈਜ਼ ਪ੍ਰੈਕਟਿਸ ਹੁੰਦੀ ਹੈ। ਜਿਵੇਂ ਅਸੀਂ ਕਿਵੇਂ ਦੇ ਰਹੇ ਹਾਂ, ਆਹ ਚੈਪਟਰ ਵਾਈਜ਼ ਪ੍ਰੈਕਟਿਸ ਹੈ। ਜਿਵੇਂ ਤੁਸੀਂ ਦੇਖੋਗੇ P++ GS ਟੌਪਿਕ ਵਾਈਜ਼ ਹੋਇਆ ਮੇਰਾ ਟੈਸਟ। ਉਸ ਤੋਂ ਬਾਅਦ ਮੈਥ ਸੁਪਰ 90 ਅਸਾਈਨਮੈਂਟਸ, ਠੀਕ ਹੈ, ਰੀਜ਼ਨਿੰਗ 60 ਅਸਾਈਨਮੈਂਟਸ, ਇੰਗਲਿਸ਼ ਮਾਸਟਰ ਅਸਾਈਨਮੈਂਟਸ, ਐਵੇਂ ਹੀ ਕੰਪਿਊਟਰ ਦੇ, ਐਵੇਂ ਹੀ ਪੰਜਾਬੀ ਦੇ, ਐਵੇਂ ਹੀ ਪੰਜਾਬ GK ਦੇ।
ਟੌਪਿਕ ਵਾਈਜ਼ ਅਸਾਈਨਮੈਂਟਸ, ਦਿਸ ਇਜ਼ ਕਾਲਡ ਮਾਈਕਰੋ ਪ੍ਰੈਕਟਿਸ। ਸੈਕਿੰਡ ਸਟੈਪ ਇਹ ਹੁੰਦਾ ਜੀ। ਤੀਸਰਾ ਸਟੈਪ ਕੀ ਹੁੰਦਾ? PYQs। PYQs ਤੋਂ ਤੁਹਾਨੂੰ ਪਤਾ ਲੱਗਦਾ ਵੀ ਜਿਹੜੀ ਚੀਜ਼ ਭਰਾਵੋ ਤੁਸੀਂ ਉਰੇ ਪੜ੍ਹੀ ਆ ਉਹ ਕੰਮ ਦੀ ਹੈਗੀ ਵੀ ਹੈ ਜਾਂ ਨਹੀਂ ਹੈਗੀ, ਹੈ ਨਾ। ਤੁਸੀਂ ਜਿੰਨੇ ਮਰਜ਼ੀ ਥਿਊਰੀ ਪੜ੍ਹ ਲਓ, ਲੇਕਿਨ ਅਗਰ ਤੁਸੀਂ PYQ ਨਹੀਂ ਪੜ੍ਹਿਆ ਫਿਰ ਤੁਸੀਂ ਖੁਦ ਨੂੰ ਟੈਸਟ ਨਹੀਂ ਕਰ ਸਕਦੇ, ਤੁਸੀਂ ਖੁਦ ਨੂੰ ਜੱਜ ਨਹੀਂ ਕਰ ਸਕਦੇ, ਤੁਸੀਂ ਇਹਦੀ ਅਥੈਂਟਿਸਿਟੀ ਨੂੰ ਜਾਣ ਨਹੀਂ ਸਕਦੇ। ਤਾਂ ਇਸ ਕਰਕੇ PYQ ਕਰਨਾ ਬਹੁਤ ਜ਼ਰੂਰੀ ਹੈ। ਤਾਂ PYQ ਤੇ ਵੀ ਬਹੁਤ ਟਾਈਮ ਇਨਵੈਸਟ ਹੋਊਗਾ। ਥਰਡ ਸਟੈਪ, ਲਾਸਟ ਸਟੈਪ ਕੀ ਹੈ? ਮਾਈਕਰੋ ਪ੍ਰੈਕਟਿਸ। ਇਹ ਤੁਹਾਡੇ ਹੁੰਦੇ ਨੇ ਫੁੱਲ ਲੈਂਥ ਮੌਕ ਟੈਸਟ। ਹੁਣ ਅਗਰ ਤੁਸੀਂ ਆਹ ਸਾਰੀਆਂ ਚੀਜ਼ਾਂ ਕਰਨੀਆਂ ਨੇ, ਤੁਸੀਂ ਲਾਈਵ ਕੋਰਸ ਦੇ ਵਿੱਚ ਜਾ ਰਹੇ ਹੋ, ਤਾਂ ਕੀ ਤੁਸੀਂ ਇਹ ਜੇ 3 ਮਹੀਨੇ 'ਚ ਕਰ ਪਾਓਗੇ ਯਾਰ? ਤੁਸੀਂ ਖੁਦ ਸੋਚ ਕੇ ਦੇਖੋ। ਮੈਂ ਜੋ ਅਸੀਂ PYQ ਬੁੱਕ ਦੇ ਰਹੇ ਹਾਂ, PYQ ਸੋਲੂਸ਼ਨਸ ਕਰਾਇਆ, PYQ ਦਾ ਕੋਰਸ ਹੀ ਘੱਟੋ ਘੱਟ 400 ਘੰਟੇ ਦਾ ਕੋਰਸ ਹੈ ਜੀ, ਠੀਕ ਹੈ। ਤਾਂ ਇਹ ਚੀਜ਼ ਤੁਸੀਂ ਦੇਖੋ ਵੀ ਇੰਨਾ ਟਾਈਮ ਤੁਸੀਂ ਲਾਈਵ ਦੇ ਵਿੱਚ ਕਰੋਗੇ ਤਾਂ 3 ਮਹੀਨੇ 'ਚ ਤੁਸੀਂ ਕਿਵੇਂ ਕਰ ਲਓਗੇ, ਠੀਕ ਹੈ। ਤਾਂ ਇਸ ਕਰਕੇ ਲਾਈਵ ਦੇ ਆਪਣੇ ਬੈਨੀਫਿਟਸ ਨੇ, ਹੈ ਨਾ। ਕੀ ਬੈਨੀਫਿਟਸ ਨੇ ਕਿ ਤੁਸੀਂ ਹੋ ਸਕਦਾ ਵੀ ਜ਼ਿਆਦਾ ਵਧੀਆ ਤਰੀਕੇ ਨਾਲ ਚੀਜ਼ਾਂ ਨੂੰ ਸਮਝ ਪਾਓ ਜਾਂ ਟੀਚਰ ਨਾਲ ਕਨੈਕਟ ਕਰ ਪਾਓ, ਹੈ ਨਾ। ਉੱਥੇ ਤੁਸੀਂ ਡਾਊਟ ਕਲੀਅਰ ਕਰ ਲਓ, ਇਹ ਬੈਨੀਫਿਟਸ ਹੈਗੇ ਨੇ। ਲੇਕਿਨ ਪਟਵਾਰੀ ਦੀ ਨੋਟੀਫਿਕੇਸ਼ਨ ਮੈਂ ਤੁਹਾਨੂੰ ਦੱਸ ਰਿਹਾ ਮਾਰਚ ਦੇ ਵਿੱਚ ਆਈ, ਠੀਕ ਹੈ, ਜਾਂ ਫੈਬਰ 'ਚ ਆਈ ਜਾਂ ਮਾਰਚ 'ਚ ਆਈ, 4-5 ਮਾਰਚ ਜਾਂ 4-5 ਫੈਬ, ਠੀਕ ਹੈ। 14 ਮਈ ਨੂੰ ਪੇਪਰ ਹੋ ਗਿਆ ਜੀ। ਕਿਹੜਾ ਲਾਈਵ ਕੋਰਸ ਇੰਨਾ ਟਾਈਮ 3 ਮਹੀਨਿਆਂ ਦੇ ਵਿੱਚ ਸਾਰਾ ਕੁਝ ਕੰਪਲੀਟ ਕਰਵਾ ਦੂਗਾ ਜੀ? ਨਹੀਂ ਪੋਸੀਬਲ। ਤਾਂ ਇਸ ਕਰਕੇ ਅਸੀਂ ਕਿਹੜਾ ਕੋਰਸ ਦਾ ਰਿਕਾਰਡ, ਤਾਂ ਮੈਂ ਦੇਖੋ ਟਾਈਮ ਦੀ ਗੱਲ ਹੁੰਦੀ ਹੈ। ਤੁਹਾਡੇ ਕੋਲ 1 ਸਾਲ ਹੈਗਾ, 1.5 ਸਾਲ ਹੈਗਾ, 8 ਮਹੀਨੇ ਹੈਗੇ ਨੇ, 9 ਮਹੀਨੇ ਹੈਗੇ ਨੇ, ਫਿਰ ਤੁਸੀਂ ਰਿਕਾਰਡਡ ਕੋਰਸ ਤੇ ਜਾਓ, ਫਿਰ ਤੁਸੀਂ ਲਾਈਵ ਕੋਰਸ ਤੇ ਜਾਓ। ਲੇਕਿਨ ਜੋ ਤੁਹਾਨੂੰ ਪਤਾ ਨਹੀਂ ਹੈ ਵੀ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ, ਹੁਣ ਤੁਹਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ, ਕਦੋਂ ਪੇਪਰ ਹੋ ਸਕਦਾ, ਠੀਕ ਹੈ। 3 ਮਹੀਨਿਆਂ 'ਚ ਵੀ ਲੈ ਸਕਦੇ ਨੇ, 4 ਮਹੀਨਿਆਂ 'ਚ ਲੈ ਸਕਦੇ ਨੇ, 6 ਮਹੀਨਿਆਂ 'ਚ ਲੈ ਸਕਦੇ ਨੇ, ਲੇਕਿਨ ਪਤਾ ਨਹੀਂ ਇਹ 4 ਮਹੀਨੇ ਟਪਾਣਗੇ ਨਹੀਂ ਟਪਾਣਗੇ। PSSB ਦੀ ਤੁਸੀਂ ਅੱਗ ਲਾ ਦਿਓ, ਤੁਸੀਂ ਦੇਖੋਗੇ ਅੱਜ 5 ਵਜੇ ਟਾਈਪਿੰਗ ਖਤਮ ਹੋਈ, 7 ਵਜੇ ਰਿਜ਼ਲਟ ਆ ਗਿਆ, ਠੀਕ ਹੈ। ਸ਼ਾਮ ਨੂੰ ਹੁਣੀ ਰਿਜ਼ਲਟ ਆ ਗਿਆ, ਸ਼ਾਮ ਨੂੰ ਲਾਸਟ ਸ਼ਿਫਟ ਮਿਲਦਾ 4 ਤੋਂ 5 ਸ਼ਾਇਦ, ਠੀਕ ਹੈ। ਤਾਂ ਇੰਨੀ ਤੇਜ਼ ਹੈ PSSB ਇਸ ਟਾਈਮ ਤੇ। ਤਾਂ ਮੈਂ ਕਹੂੰਗਾ ਰਿਸਕ ਕਿਉਂ ਲੈਣਾ? ਬਾਕੀ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਕਰ ਸਕਦੇ ਹੋ। ਤਾਂ ਜਿਹੜਾ ਸਾਡਾ ਲਕਸ਼ਯ ਬੈਚ ਹੈ ਬੇਸਿਕਲੀ ਇਹ ਸਾਡਾ ਰਿਕਾਰਡਡ ਬੈਚ ਹੈ, ਠੀਕ ਹੈ। ਇਹਦੇ ਬਾਰੇ ਅੱਗੇ ਡਿਟੇਲ ਗੱਲ ਕਰਾਂਗੇ। ਆਈ ਹੋਪ ਕਿ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਵੀ ਅਗਰ ਭਾਈ ਤੁਸੀਂ ਬਿਗਨਰਸ ਹੋ ਤਾਂ ਤੁਸੀਂ ਪੇਡ ਕੋਰਸ ਕਰ ਲਓ ਟਾਈਮ ਸੇਵ ਕਰਨ ਦੇ ਲਈ, ਵੀ ਕੀ ਪੜ੍ਹਨਾ ਨਾ ਕਿ ਕੀ ਛੱਡਣਾ, ਠੀਕ ਹੈ। ਬਹੁਤ ਸਾਰੇ ਟੀਚਰਸ ਨੂੰ ਤੁਸੀਂ ਫੋਲੋ ਕਰ ਸਕਦੇ ਹੋ, ਲੇਕਿਨ ਐਟ ਦਾ ਐਂਡ ਤੁਹਾਨੂੰ ਪਤਾ ਨਹੀਂ ਲੱਗਣਾ ਵੀ ਇਹ ਰੈਲੇਵੈਂਟ ਹੈਗਾ ਸੀ ਜਾਂ ਨਹੀਂ ਹੈਗਾ ਸੀ। ਤਾਂ ਇਸ ਕਰਕੇ ਪੇਡ ਕੋਰਸ ਅਗਰ ਜਿਹੜੇ ਬਿਗਨਰਸ ਨੇ। ਹੁਣ ਦੂਸਰੇ ਟਾਈਪ ਦੇ ਸਟੂਡੈਂਟਸ ਜਿਨ੍ਹਾਂ ਨੂੰ ਸਿਰਫ 1 ਜਾਂ 2 ਸਬਜੈਕਟਸ ਪ੍ਰੋਬਲਮ ਹੈ। ਬਹੁਤ ਸਾਰੇ ਸਟੂਡੈਂਟਸ ਕੱਲ੍ਹ ਇੱਕ ਕਮੈਂਟ ਪੜ੍ਹਿਆ ਵੀ ਪਟਵਾਰੀ 'ਚੋਂ 84 ਕੁਐਸਚਨ ਸੀ ਲੇਕਿਨ ਇੰਗਲਿਸ਼ 'ਚੋਂ 0 ਸੀ। ਹੁਣ ਇਹੋ ਜਿਹੇ ਕੁਐਸਚਨ, ਠੀਕ ਹੈ, ਇਹੋ ਜਿਹੇ ਸਟੂਡੈਂਟ ਤੁਸੀਂ ਦੇਖੋਗੇ ਤਾਂ ਮਤਲਬ ਉਹਨੇ 88 ਨੰਬਰ ਦਾ ਜਦੋਂ ਪੇਪਰ ਹੀ ਅਟੈਂਡ ਕੀਤਾ, ਕਿਉਂਕਿ 12 ਨੰਬਰ ਦੀ ਤਾਂ ਇੰਗਲਿਸ਼ ਯਾਰੀ, 88 'ਚੋਂ ਕਿੰਨੇ ਲੱਗੇ? 84। ਇੰਗਲਿਸ਼ ਇਹਦਾ ਮਤਲਬ ਇੰਗਲਿਸ਼ 0 ਹੈ, ਠੀਕ ਹੈ। ਤਾਂ ਇਸ ਕਰਕੇ ਜਿਹੜੇ ਇਹੋ ਜਿਹੇ ਸਟੂਡੈਂਟ ਨੇ ਜਿਨ੍ਹਾਂ ਨੂੰ ਦਿੱਕਤ ਹੈ 1 ਜਾਂ 2 ਸਬਜੈਕਟ ਦੇ ਵਿੱਚ, ਤੁਸੀਂ ਉਹ ਪਰਟੀਕੁਲਰਲੀ 1 ਜਾਂ 2 ਸਬਜੈਕਟ ਦਾ ਕੋਰਸ ਲਓ। ਪੂਰਾ ਕੋਰਸ ਲੈਣ ਦੀ ਵੀ ਤੁਹਾਨੂੰ ਲੋੜ ਨਹੀਂ, ਤੁਹਾਡੇ ਪੈਸੇ ਬਚਣਗੇ, ਠੀਕ ਹੈ। ਤਾਂ ਰਾਈਟ ਸਟ੍ਰੈਟਜੀ ਹੀ ਇੰਪੋਰਟੈਂਟ ਹੈ, ਮੈਂ ਤੁਹਾਨੂੰ ਉਹੀ ਦੱਸ ਰਿਹਾ। ਤੁਸੀਂ ਉਹ ਸਿੰਗਲ ਸਬਜੈਕਟ ਦਾ ਕੋਰਸ ਲਓ। ਹੁਣ ਜਿਵੇਂ ਮੈਂ ਤੁਹਾਨੂੰ ਇੰਗਲਿਸ਼ ਦੀ ਗੱਲ ਕਰਾਂ, ਸਾਡੇ ਕੋਲ ਸਿਰਫ ਸਿੰਗਲ ਸਬਜੈਕਟ ਦਾ ਕੋਰਸ, ਸਿਰਫ ਇੰਗਲਿਸ਼ ਦਾ ਬੈਚ ਹੈ ਜਿਹੜਾ ਕਿ ਮੰਜ਼ਿਲ ਬੈਚ ਹੈ। ਬਾਕੀ ਸਿੰਗਲ ਸਬਜੈਕਟ ਦਾ ਕੋਰਸ ਕੋਈ ਨਹੀਂ ਹੈ। ਤੁਸੀਂ ਮੈਥਸ ਕਰਨਾ ਕਿਸੇ ਮੈਥਸ ਦੇ ਟੀਚਰ ਤੋਂ ਕਰ ਸਕਦੇ ਹੋ, ਤੁਸੀਂ GS ਕਰਨੀ ਕਿਸੇ GS ਦੇ ਟੀਚਰ ਤੋਂ ਕਰ ਸਕਦੇ ਹੋ, ਤੁਸੀਂ ਰੀਜ਼ਨਿੰਗ ਕਰਨੀ ਹੈ ਰੀਜ਼ਨਿੰਗ ਦੇ ਟੀਚਰ ਤੋਂ ਕਰ ਸਕਦੇ ਹੋ, ਪੰਜਾਬ GK ਕਰਨੀ ਹੈ ਪੰਜਾਬ GK ਦੇ ਟੀਚਰ ਤੋਂ ਕਰ ਸਕਦੇ ਹੋ, ਪੰਜਾਬੀ ਦੀ ਦਿੱਕਤ ਹੈ ਪੰਜਾਬੀ ਦੇ ਟੀਚਰ ਤੋਂ ਕਰ ਸਕਦੇ ਹੋ, ਠੀਕ ਹੈ। ਕੰਪਿਊਟਰ ਦੀ ਦਿੱਕਤ ਹੈ ਕੰਪਿਊਟਰ ਦੇ ਟੀਚਰ ਤੋਂ ਕਰ ਸਕਦੇ ਹੋ। ਕਿਸੇ ਸਿੰਗਲ ਸਬਜੈਕਟ 1 ਜਾਂ 2 ਸਬਜੈਕਟਸ ਦਿੱਕਤ ਹੈ, ਹਾਂ, ਤੇ 4 ਸਬਜੈਕਟਸ ਦਿੱਕਤ ਹੈ, ਫਿਰ ਤੁਹਾਨੂੰ ਅਲੱਗ-ਅਲੱਗ ਸਬਜੈਕਟ ਲੈਣ ਦੀ ਲੋੜ ਨਹੀਂ, ਮਹਿੰਗਾ ਪਊਗਾ, ਫਿਰ ਤੁਸੀਂ ਕੰਪਲੀਟ ਕੋਰਸ ਹੀ ਲੈ ਲਓ ਕਿਸੇ ਦਾ ਵੀ, ਠੀਕ ਹੈ। ਤਾਂ ਇਸ ਕਰਕੇ ਤੁਸੀਂ ਸਿੰਗਲ ਸਬਜੈਕਟ ਲਓ, ਉਸ 'ਤੇ ਕੰਮ ਕਰੋ, ਠੀਕ ਹੈ। ਤੁਹਾਡੇ ਲਈ ਇਹ ਸੁਜੈਸ਼ਨ ਹੈ ਜੀ, ਬਾਕੀ ਜਿਵੇਂ ਤੁਹਾਨੂੰ ਠੀਕ ਲੱਗਦਾ। ਤੀਸਰੇ ਸਟੂਡੈਂਟ ਹੈਗੇ ਨੇ ਵੀ ਉਹਨਾਂ ਨੇ ਸਾਰਾ ਕੁਝ ਕਰ ਲਿਆ ਯਾਰ, ਵੀ ਜਿਹੜਾ ਵੀ ਕੁਝ ਪੋਸੀਬਲ ਸੀਗਾ ਸਾਰੇ ਕੋਰਸ ਕਰਕੇ ਦੇਖ ਲਏ, ਸਾਰਾ ਕੁਝ ਕਰਕੇ ਦੇਖ ਲਿਆ, ਲੇਕਿਨ ਐਟ ਦਾ ਐਂਡ ਸਿਲੈਕਸ਼ਨ ਨਹੀਂ ਹੋ ਰਹੀ, ਠੀਕ ਹੈ। ਟਾਈਪਿੰਗ ਨਹੀਂ ਹੋਈ ਉਹ ਗੱਲ ਅਲੱਗ ਹੈ, ਲੇਕਿਨ ਸਿਲੈਕਸ਼ਨ ਨਹੀਂ ਹੋਈ, ਇਹ 'ਚ ਮੇਨ ਚੀਜ਼ ਹੈ। ਤੁਹਾਡੇ ਲਈ ਇੱਕੋ ਹੀ ਸੁਜੈਸ਼ਨ ਹੈ ਜੀ, ਤੁਸੀਂ ਦੇਖੋ 100% ਕਨਸੈਪਟਸ ਤਾਂ ਕਿਸੇ ਨੂੰ ਵੀ ਨਹੀਂ ਆਉਂਦੇ ਹੁੰਦੇ, ਹੈ ਨਾ। 100% ਕਨਸੈਪਟਸ ਆਪਾਂ ਸਿੱਖਣੇ ਵੀ ਨਹੀਂ ਹੈ। ਤਾਂ ਸਾਰੀ ਗੱਲ ਇਹ ਨਹੀਂ ਹੁੰਦਾ ਵੀ ਕਿਤਾਬਾਂ ਦੇ ਵਿੱਚ ਵੜੇ ਰਹਿਣਾ। ਇਟਸ ਆਲ ਅਬਾਊਟ ਰਾਈਟ ਸਟ੍ਰੈਟਜੀ, ਕਿ ਤੁਸੀਂ ਤੁਹਾਡੀ ਸਟ੍ਰੈਟਜੀ ਕੀ ਹੈ। ਸਟ੍ਰੈਟਜੀ ਦਾ ਮਤਲਬ ਕੀ ਹੈ ਵੀ ਉਹ ਪੇਪਰ ਦਾ ਬਿਹੇਵੀਅਰ ਤੇ ਪੇਪਰ ਦੇ ਪੈਟਰਨ ਨੂੰ ਸਮਝਣਾ, ਵੀ ਉਹ PSSB ਕਿਵੇਂ ਦੇ ਕੁਐਸਚਨਸ ਪੁੱਛਦੀ ਹੈ, ਕੀ ਕੁਝ ਪੁੱਛਦੀ ਹੈ, ਕੀ ਗੱਲਬਾਤ ਹੈ, ਠੀਕ ਹੈ। ਤਾਂ ਤੁਸੀਂ ਜਿਹੜੀ ਚੀਜ਼ਾਂ ਕਰਨੀਆਂ ਨੇ ਜੀ, ਤੁਸੀਂ 2-3 ਚੀਜ਼ਾਂ ਕਰਨੀਆਂ ਨੇ। ਸਭ ਤੋਂ ਪਹਿਲਾਂ ਇੱਕ ਤਾਂ ਕਰਨਾ PYQ। ਸਾਡੀ ਕਿਤਾਬ ਕਰਨੀ ਹੈ 4.0 'ਚ, ਬਹੁਤ ਜਲਦੀ ਆ ਰਹੀ ਹੈ, ਉਹ ਕਰ ਸਕਦੇ ਹੋ, ਉਹ ਕਰੋ। ਪਲੱਸ ਮੌਕਸ ਪ੍ਰੈਕਟਿਸ ਕੀ ਹੈ 2 ਤਰੀਕੇ ਦੀ, ਮੈਂ ਤੁਹਾਨੂੰ ਹੁਣੇ ਦੱਸ ਚੁੱਕਿਆ ਕਿਹੜੀ ਮਾਈਕਰੋ ਤੇ ਮੈਕਰੋ। ਮਾਈਕਰੋ ਦੇ ਵਿੱਚ ਕੀ ਹੈ, ਪਹਿਲਾਂ ਟੌਪਿਕ ਵਾਈਜ਼ ਤੇ ਜਾਓ।
ठीक है। टॉपिक वाइज तुहानू पता लग जाऊगा भी आ चीज़ कमी है, आ चीज़ की है कमी है। हुण जिवें सपोज करो कि मैं और असीं ये असाइनमेंट्स दित्तियां होईयां ने, ठीक है, तो ये असाइनमेंट्स का मतलब की है और कि उरे स्टूडेंट्स नूं पहलां ही पता चल जाता है भी यार हाँ भी GS दे विच असीं पॉलिटी दे विच गए, पॉलिटी 'च असीं 18 टॉपिक बनाए हुए हैं भी सपोज कर लो भी उन्होंने प्रेजिडेंट के विचों क्वेश्चन नहीं लग रहे तो प्रेजिडेंट के विचों दिक्कत आ गई तो प्रेजिडेंट वाली क्लास दोबारा लगा लेगा, बाकी सारा पढ़ने की लोड़ ही नहीं है। तो एवें थोड़े लूप होल्स क्लीयर होंदे जाणगे। फिर उस तो बाद जो टॉपिक वाइज लगा ली फिर नाल तुसीं की सॉल्व करना है PYQ लास्ट ते फुल लेंथ मॉक्स जिन्ने लगाओगे उन्नी ज़्यादा जी पिक्चर क्लैरिटी वो ज़्यादा होंदी जाएगी। तो आई होप कि थोड़ी ये चीज़ क्लीयर होगी भाई, है ना। 3 टाइप के स्टूडेंट्स मैं तुहानूं दसते, पहले है बिगिनर्स, दूसरे है प्रॉब्लम इन 1-2 सब्जेक्ट्स, तीसरे है ऑल सब्जेक्ट्स क्लीयर येट नॉट एबल टू क्लीयर एनी एग्जाम्स। तो तुसीं भाई किसी भी इंस्टीट्यूट का जो तुहानूं चंगा लगता है कोर्स ज्वाइन कर लो, साडा करना लक्ष्य बैच ज्वाइन कर लो, थोड़ी देर तुहानूं दस देना भी की डिटेल्स ने तो की ऑफर है, ठीक है जी। उस तो बाद 1-2 सब्जेक्ट्स वाले तुसीं सिंगल सब्जेक्ट किसी भी सब्जेक्ट का टीचर ने जिहड़े उन्होंने ज्वाइन करो, ठीक है। लास्ट तो जिहड़ा है ऑल सब्जेक्ट्स क्लीयर है, तुसीं सिर्फ प्रैक्टिस से ध्यान देना है, ਵੱਧ ਤੋਂ ਵੱਧ माइक्रो तो मैक्रो प्रैक्टिस तो PYQs इस चीज़ से ध्यान देना। थोनू बार बार थ्योरी के द्वारा करने की लोड़ नहीं हैगी दोस्तों, बार बार तुसीं कोर्सेज से पैसे फूकण की लोड़ नहीं हैगी, ठीक है। अपने हिसाब नाल चलो तुसीं। हुण उस तो बाद साडे कोर्स की गल कर लीए जी, है ना। तो जिवें मैं तुहानूं दस्सिया भी सब तो पहला तो थ्योरी पढ़नी है जी, तुहानूं सारे सब्जेक्ट्स की थ्योरी कराई जाऊगी जी, ठीक है। ये रिकॉर्डेड बैच है, मैं तुहानूं दोबारा दस रहा पेपर 3 महीनों हो गया 4 महीनों हो गया, तुसीं इन्नी चीज़ जिन्ना तुहानूं असीं इहदे विच दे रहे हैं तुसीं लाइव 8 महीनों 1 साल नहीं कर सकते, क्योंकि असीं जो रिकॉर्ड की पॉलिटी रिकॉर्ड की है असीं 30 क्लासां रिकॉर्ड करती 28 क्लासां, अगर इनू ही असीं लाइव पढ़ाते तो 50 क्लासां चली जाती, ठीक है। मैथ शुरू किया 150 क्लासिस देवांगे रिकॉर्डेड, लाइव पढ़ावांगे तो यही 250 क्लासिस हो जाएंगियां, ठीक है। तो सानू पता है कि असीं किवें तैयार करना स्टूडेंट, वो सानू पता है जी, ठीक है। तो इस करके ये सारिया चीज़ां असीं तुहानूं मिलूगा जी, अपडेटेड होगा, रेलेवेंट होगा, ठीक है। एंड मैं तुहानूं टीचर्स भी दस दा, उस तो बाद थ्योरी होगी जी, उस तो बाद प्रैक्टिस मैं तुहानूं दस्सिया माइक्रो तो मैक्रो, जी माइक्रो प्रैक्टिस होगी वो देखो GS दी कवर कर रहे हैं सारी, उस तो तुसीं देखोगे मैथ्स कवर होगी, रीजनिंग कवर होगी, इंग्लिश कवर होगी। कंप्यूटर वास्ते स्मार्ट MCQs अलग तो मिलणगे, या फिर असीं होर भी बहुत कुछ कर रहे हैं, पंजाबी वास्ते भी तुहानूं मिलणगे, पंजाब GK वास्ते भी मिलणगे, सारे मॉक टेस्ट सारे टैसट विच ही ने जी, ठीक है, बड़े वधिया तरीके नाल ने। एंड उस तो बाद असीं तुहानूं इन्हां दा डिटेल्ड वीडियो सोल्यूशनस भी दे रहे हैं, एनालिसिस कर रहे हैं भी किसी स्टूडेंट को अगर थ्योरी 'ਚ कोई दिक्कत रहेगी, क्योंकि थ्योरी 100% कभी भी क्लास पूरी नहीं हो सकती, तो इन्हां दे भी वीडियो सोल्यूशनस दे रहे हैं नाल, ताकि तुहानूं ये जो डिटेल जी एक अद्धी कमी पेशी वो रहेगी पूरी हो जाए, ठीक है। उस तो बाद फिर तुहानूं दस्सिया PYQ बुक, PYQ बुक 4 वो मिलूगी, प्लस वो जो 4 का वीडियो सोल्यूशन है वो भी मिलूगा, ठीक है। तो ये प्रैक्टिस होगी नाल थोड़ी थ्योरी होगी। लास्ट ते असीं तुहानूं लास्ट ते फुल लेंथ मॉक टेस्ट भी देवांगे, अगर तुसीं PSSB वाले इहदी तैयारी कर रहे हो तो तुहानूं इहदे अकॉर्डिंग देवांगे, अगर तुसीं पटवारी दे कर रहे हो इहदे अकॉर्डिंग देवांगे, अगर तुसीं पंजाब पुलिस कर रहे हो इहदे अकॉर्डिंग देवांगे, PPSC का कोई पेपर होगा उहदे अकॉर्डिंग देवांगे, वैसे तो PSSB लै रही है उहदे अकॉर्डिंग सारे बना के देवांगे, ठीक है। डाउनलोडेबल क्लास नोट्स ने, हाँ। फिर मेन चीज़ तुसीं कहोगे डाउट्स किवें क्लीयर होंगे अगर रिकॉर्डेड बैच है। देखो रिकॉर्डेड बैच भी 2-3 तरीके के होंदे ने, एक तो होंदा भी असीं एक बार रिकॉर्ड करके छड्डता, तुहानूं कहता 1 साल की वैलिडिटी है, हुण तुसीं जिवें मर्जी पढ़ो मढ़ो कुछ करो, साडा कोई लेना देना नहीं है, ठीक है। ना असीं तुहानूं कोई सपोर्ट दईए ना तुहानूं कोई डाउट दईए, एक तो वो चीज़ होंदी है, असीं वो चीज़ नहीं करते जी, ठीक है। मतलब असीं की करते हैं वो हर चीज़ अपडेट होंदी है, कोई चीज़ नवीं आ गई, कोई सिलेबस माड़ा नवा ऐड करता, कोई क्वेश्चन नवा ऐड हो गया, तो वो चीज़ नाल अपडेट हो जाती है सारी चीज़, तो एंड तक एंड वाले दिनों तक तुहानूं ये चीज़ सारी अपडेट मिलूगी। प्लस डाउट्स वास्ते 23-24 वाला जो लक्ष्य बैच का ग्रुप है, सारे टीचर्स ऐड ने, एक्टिव ग्रुप है, उत्थे तुहानूं पूरी सपोर्ट की जाऊ, सारे टीचर्स उही ऐड ने, जिहड़ा भी कुछ क्लास पढ़ाया जाता कोई दिक्कत आती है टीचर्स तुहानूं दस देणगे जी, ठीक है। एक चीज़ होर जो मैं तुहानूं टीचर्स बारे जरूर दस देना भी किहड़े टीचर की कुछ पढ़ा रहे हैं, क्योंकि अज के टाइम सब तो ज़्यादा इंपॉर्टेंट चीज़ यही है भी कंटेंट जिहड़ा तुसीं पढ़न जा रहे हो वो कौन पढ़ा रहा है, तो रेलेवेंट हैगा भी या नहीं हैगा। देखो सब तो पहले मैं इंग्लिश की गल करा, इंग्लिश मैं पढ़ा रहा, मैंने 8 साल हो गए पढ़ाते नूं, मैं दिल्ली पढ़ाया, नोएडा पढ़ाया, ਵੱਖ-ਵੱਖ इंस्टीट्यूट्स ऑनलाइन ऑफलाइन सब किते पढ़ाता। पंजाब दे विच मैनूं पता नहीं किड्डे की ऑफर आ गए की आ गया, लेकिन मैं छड्ड के नहीं गया, क्योंकि मैं एक तरीके नाल पढ़ा सकदा, मैं फटाफट नहीं कर सकदा सिलेबस का, ठीक है। इंग्लिश मैनूं फटाफट करने लई कहा जांदा जो मैं नहीं कर सकदा। गल करते हैं मेरी गल खत्म हो गई, हुण गल करते हैं थोड़ी मैथ की। मैथ जो पढ़ा रहे हैं दैट इज़ अभिषेक सर, मैं घट्टो घट्ट 6 साल तो इन्होंने जानता, न्यू दिल्ली दे विच ये 2010 तो पढ़ा रहे हैं, जबरदस्त टीचर ने, पता ही नहीं किन्नियां सिलेक्शनां दित्तियां ते पता ही नहीं किन्ने के टीचर बनाते, जो तुहानूं असीं पंजाब दे विच इह चों करावांगे, तुसीं पुत्ता कि ऐं कहोगे भी सारा क्वेश्चन तो क्लास च कराया होया सी, सेम क्लास च कराया, मैं भी नहीं करा असाइनमेंट में क्लास च, क्योंकि असीं इहो जिहा कोर्स डिजाइन किया इस बार, ठीक है, जो तुहानूं पढ़ावांगे तुहानूं पता चल जाऊगा, ठीक है जी। तो यह इन्हां दी खासियत है, बहुत जीरो लैवल तो प्यार नाल शांत माइंड के टीचर ने,
ਪੜ੍ਹਾਉਂਦੇ ਨੇ ਬੜੇ ਵਧੀਆ, ਠੀਕ ਹੈ। ਸਾਰੀ ਤੁਹਾਡੀ ਕੁਆਂਟੀਟੇਟਿਵ ਐਪਟੀਟਿਊਡ ਤੇ DI ਰੀਜ਼ਨਿੰਗ ਮੈਂ ਪੜ੍ਹਾ ਰਹੇ ਨੇ ਤੁਹਾਨੂੰ ਰੌਕੀ ਸਰ ਤੁਸੀਂ ਦੇਖੋਗੇ 2021 ਦੇ ਵਿੱਚ ਰੀਜ਼ਨਿੰਗ ਹਰ ਪੇਪਰ 'ਚ ਇਹਨਾਂ ਦੇ ਮਤਲਬ ਫੁੱਲ ਮਾਰਕਸ ਸੀ। ਐਂਡ 8 ਸਾਲ ਤੋਂ ਪੜ੍ਹਾ ਰਹੇ ਨੇ ਪੰਜਾਬ ਦੇ ਵਿੱਚ ਵੇਰੀਅਸ ਇੰਸਟੀਚਿਊਟਸ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਪੜ੍ਹਾ ਚੁੱਕੇ ਨੇ ਤੇ ਕਾਫੀ ਪਟਵਾਰੀ ਦਾ ਐਗਜ਼ਾਮ ਇਹਨਾਂ ਦਾ ਕਲੀਅਰ ਆ ਆਪਦਾ, ਠੀਕ ਹੈ ਜੀ। ਇੰਗਲਿਸ਼ ਤੁਹਾਨੂੰ ਦੱਸਤੀ, ਪੰਜਾਬੀ ਹਰਦੀਪ ਸਰ ਪੜ੍ਹਾ ਰਹੇ ਨੇ, ਤਾਂ ਇਹਨਾਂ ਨੂੰ ਪੜ੍ਹਾਉਂਦੇ ਨੂੰ ਵੀ ਘੱਟੋ ਘੱਟ 10 ਸਾਲ ਹੋ ਚੁੱਕੇ ਨੇ ਜੀ ਪੰਜਾਬੀ। ਤੇ ਥੋੜ੍ਹਾ ਜਿਹਾ ਲੈਵਲ ਡਿਫੀਕਲਟ ਆਉਣ ਲੱਗ ਗਿਆ ਸੀ, ਪੇਪਰ ਇਹਦੇ ਵਿੱਚ ਆਉਂਦਾ ਸੀ। ਹੁਣ ਦੇਖਾਂਗੇ ਸਿਲੇਬਸ ਕੀ ਦੇਣਗੇ, ਪੰਜਾਬੀ ਦਾ ਕੀ ਗੱਲਬਾਤ ਹੈ, ਥੋੜ੍ਹਾ ਜਿਹਾ ਹੋਰ ਵਧੀਆ ਚੱਕਣ ਦੀ ਕੋਸ਼ਿਸ਼ ਕਰਾਂਗੇ, ਲੈਵਲ ਅਪਡੇਟ ਕਰਨ ਦੀ ਕੋਸ਼ਿਸ਼ ਕਰਾਂਗੇ, ਠੀਕ ਹੈ। ਉਸ ਤੋਂ ਪੰਜਾਬੀ ਲਿਟਰੇਚਰ ਤੁਹਾਨੂੰ ਪੜ੍ਹਨ ਦੀ ਲੋੜ ਹੀ ਨਹੀਂ ਹੈ ਕਿਉਂਕਿ ਪੇਪਰ ਇਹਦੇ ਵਿੱਚ ਆਉਣੀ ਸੀ। ਕੰਪਿਊਟਰ ਯੋਗੇਸ਼ ਸਰ, ਠੀਕ ਹੈ, ਜ਼ਬਰਦਸਤ ਟੀਚਰ ਨੇ। ਤੇ ਜਦੋਂ ਤੁਸੀਂ ਪੜ੍ਹੋਗੇ ਤੁਸੀਂ ਕਹੋਗੇ ਵਾਹ ਵਾਹ ਬਹੁਤ ਵਧੀਆ ਪੜ੍ਹਾਇਆ ਹੋਇਆ ਹੈ। ਅੱਜ ਤੋਂ 2020 ਦੇ ਵਿੱਚ ਜਦੋਂ ਸਰ ਨੇ ਸਭ ਤੋਂ ਪਹਿਲਾਂ ਕਲਾਸਾਂ ਲਿੱਤੀਆਂ ਸੀ ਤੇ ਸਟੂਡੈਂਟਸ ਦਾ ਫੀਡਬੈਕ ਸੀ ਕਿ ਨੈਸ਼ਨਲ ਲੈਵਲ ਤੇ ਵੀ ਅਸੀਂ ਇਹੋ ਜਿਹਾ ਨਹੀਂ ਪੜ੍ਹਿਆ, ਕਿਉਂਕਿ ਬੇਸਿਕਲੀ ਮੈਂ ਦਿੱਲੀ ਤੋਂ ਪੜ੍ਹਿਆ ਤਾਂ ਮੇਰੇ ਕੋਲ ਜਿਹੜੇ ਫੈਕਲਟੀਜ਼ ਨੇ ਸਾਰੇ ਟੀਚਰ ਸਾਡੀ ਟੀਮ ਹੈ ਨੈਸ਼ਨਲ ਲੈਵਲ ਦੀ ਟੀਮ ਹੈ ਜੀ, ਠੀਕ ਹੈ। ਤਾਂ ਬਹੁਤ ਵਧੀਆ ਨੇ। ਹੁਣ ਨਵੇਂ ਸੁਨੀਤਾ ਮੈਮ ਜੁੜੇ ਨੇ ਜਿਨ੍ਹਾਂ ਦਾ ਆਪਦਾ ਘੱਟੋ ਘੱਟ 10 ਸਾਲ ਦਾ ਐਕਸਪੀਰੀਅੰਸ ਹੈ, ਆਪਦਾ ਉਹਨਾਂ ਦਾ ਕੰਪਿਊਟਰ ਸੈਂਟਰ ਹੈ ਤੇ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਉਹ ਕਵਰ ਕਰਵਾ ਰਹੇ ਨੇ, ਠੀਕ ਹੈ। ਤੇ ਇਹ 2 ਟੀਚਰ ਨੇ। ਉਦੋਂ ਬਾਅਦ ਸਾਰੀ GS ਪੰਜਾਬ GK ਹੋ ਗਿਆ, ਤੁਹਾਡੀ ਹਿਸਟਰੀ ਪੋਲਿਟੀ ਹੋ ਗਿਆ, ਠੀਕ ਹੈ। ਇਹ ਤੁਹਾਨੂੰ ਪੜ੍ਹਾ ਰਹੇ ਨੇ ਜਗਪ੍ਰੀਤ ਸਰ ਤੁਸੀਂ ਦੇਖੋਗੇ ਇਹਨਾਂ ਦੇ ਕਾਫੀ ਪੇਪਰ ਕਲੀਅਰ ਨੇ। ਮਾਸਟਰ ਕੈਡਰ ਦਾ ਪਿਛਲੇ ਵਾਰ ਕਲੀਅਰ ਹੈ, ਜੌਬ ਛੱਡਦੀ ਇਹਨਾਂ ਨੇ, ਠੀਕ ਹੈ। ਤੇ ਜੁਆਇਨ ਕਰਕੇ ਟ੍ਰੇਨਿੰਗ ਕਰਕੇ ਛੱਡਿਆ ਹੈ, ਠੀਕ ਹੈ। ਤਾਂ ਇਸ ਕਰਕੇ ਇਹਨਾਂ ਦੇ ਬਹੁਤ ਪੇਪਰ ਕਲੀਅਰ ਨੇ, ਬਹੁਤ ਵਧੀਆ ਤਰੀਕੇ ਨਾਲ ਪੜ੍ਹਾ ਰਹੇ ਨੇ। ਪੰਜਾਬ ਦੇ ਵਿੱਚ ਕਾਫੀ ਟਾਈਮ ਹੋ ਗਿਆ ਪੜ੍ਹਾਉਂਦੇ ਨੇ, 4-5 ਸਾਲ ਹੋ ਗਏ ਐਂਡ ਕਾਫੀ ਪੇਪਰਸ ਕਲੀਅਰ ਨੇ, ਠੀਕ ਹੈ। ਇਹ ਪੜ੍ਹਾਉਂਗੇ ਤੁਹਾਨੂੰ ਸਾਰੀ। ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦੇਣਾ ਕੀ ਰਹਿ ਗਿਆ ਤੁਹਾਡਾ, ਹਾਂ। ਤੇ ਉਸ ਤੋਂ ਬਾਅਦ ਇੱਕ ਹੋਰ ਟੀਚਰ ਐਡ ਨੇ ਜਿਓਗ੍ਰਾਫੀ ਦੇ ਟੀਚਰ ਐਡ ਨੇ। ਇਹ ਸਰ ਹੈਗੇ ਨੇ ਹਰਿਆਣੇ ਤੋਂ ਤੇ ਇਹਨਾਂ ਨੂੰ ਵੀ ਦਿੱਲੀ ਪੜ੍ਹਾਉਣ ਦਾ ਐਕਸਪੀਰੀਅੰਸ ਹੈ ਤੇ ਕਾਫੀ 10 ਸਾਲ ਪਲੱਸ ਤੋਂ ਇਹ ਪੜ੍ਹਾ ਰਹੇ ਨੇ। ਜਿਓਗ੍ਰਾਫੀ ਬਹੁਤ ਵਧੀਆ ਤਰੀਕੇ ਨਾਲ ਇਹ ਕਰਾਈ ਹੋਈ ਹੈ ਸਰ ਨੇ, ਠੀਕ ਹੈ। ਉਦੋਂ ਬਾਅਦ ਇੱਕ ਸਾਡੇ ਨਾਲ ਜੁੜੇ ਨੇ ਸ਼ੰਕਰ ਸਰ, ਠੀਕ ਹੈ। ਖੁਦ ਐਕਸਾਈਜ਼ ਇੰਸਪੈਕਟਰ ਸਿਲੈਕਟਡ ਨੇ 2021 ਦੇ ਵਿੱਚ, ਠੀਕ ਹੈ। ਐਕਸਾਈਜ਼ ਟੈਕਸੇਸ਼ਨ ਦੇ ਵਿੱਚ ਇਹ BLEO ਸਿਲੈਕਟ ਹੋਏ ਸੀਗੇ ਜਾਂ SIPO ਸਿਲੈਕਟ ਹੋਏ ਸੀ, BLEO। ਤਾਂ ਇਹਨਾਂ ਨੇ ਹਿਸਟਰੀ ਪੜ੍ਹਾਈ ਹੋਈ ਹੈ, ਠੀਕ ਹੈ ਜੀ। ਤੇ ਬਾਕੀ ਸਾਰੀਆਂ ਚੀਜ਼ਾਂ ਵੀ ਅਸੀਂ ਬਹੁਤ ਵਧੀਆ ਤਰੀਕੇ ਨਾਲ ਹੀ ਕਵਰ ਕਰ ਰਹੇ ਹਾਂ, ਕੋਈ ਵੀ ਟਾਈਮ ਪਾਸ ਨਹੀਂ ਹੈ। ਹਾਂ, ਇਕਨੋਮੀ ਪੜ੍ਹਾਈ ਹੈ ਪ੍ਰਸ਼ਾਂਤ ਸਰ ਨੇ, ਇਕਨੋਮੀ ਐਕਸਪਰਟ, ਠੀਕ ਹੈ। RBI ਤੱਕ ਦੇ ਗ੍ਰੇਡ ਬੈਚਿਸ ਨੂੰ ਪੜ੍ਹਾਉਂਦੇ ਨੇ ਇਹ। ਤਾਂ ਸਾਡੀ ਰਿਕੁਐਸਟ ਤੇ ਤੁਹਾਨੂੰ ਇਕਨੋਮੀ ਪੜ੍ਹਾਈ ਹੋਈ ਹੈ। ਇਹ ਸੁਨੀਤਾ ਮੈਮ ਜੋ ਤੁਹਾਨੂੰ ਕੰਪਿਊਟਰ ਪੜ੍ਹਾ ਰਹੇ ਨੇ। ਇਹ ਰੌਕੀ ਸਰ ਹੋ ਗਏ ਜੀ, ਇਹ ਸਰ GS ਦੇ ਨੇ, ਕੰਟੈਂਟ ਦੇ ਵਿੱਚ ਨੇ। ਤੇ ਹੋਰ ਵੀ ਬਹੁਤ ਸਾਰੀ ਟੀਮ ਹੈ ਜਿਹੜੀ ਕੰਟੈਂਟ ਦੇ ਵਿੱਚ ਹੈ। ਜਿਹੜਾ ਮੈਂ ਤੁਹਾਨੂੰ ਦੱਸਿਆ ਵੀ E-ਬੁੱਕਸ ਮਿਲਣਗੀਆਂ ਜਾਂ ਤੁਹਾਨੂੰ ਮੈਗਜ਼ੀਨਸ ਜਾਂ ਹੋਰ ਰਿਟਨ ਨੋਟਸ, ਇਹ ਕੰਟੈਂਟ ਦੀ ਟੀਮ ਹੈ ਸਾਰੀ, ਠੀਕ ਹੈ ਜੀ। ਇਹ ਟੀਚਰਸ ਵਾਸਤੇ ਹੈ। ਹੁਣ ਬਾਈ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹ ਸਾਰਾ ਬੈਚ ਵੈਸੇ ਜਿਹੜਾ ਹੈਗਾ ਜੀ ਕੰਪਲੀਟ ਪੈਕੇਜ 1 ਸਾਲ ਦੀ ਵੈਲਿਡਿਟੀ ਲਈ ਤੁਹਾਨੂੰ ਕਿੰਨੇ ਦਾ ਮਿਲ ਜਾਊਗਾ, 5100 ਦਾ, ਪਲੱਸ PYQ ਬੁੱਕ ਪਲੱਸ ਸੋਲੂਸ਼ਨਸ ਵਗੈਰਾ ਸਾਰਾ ਕੁਝ। ਮੰਜ਼ਿਲ ਬੈਚ ਜਾਂ ਹੋਰ ਜਿਹੜੀਆਂ ਵੀ ਚੀਜ਼ਾਂ, ਮੈਥਸ ਦਾ ਨਵਾਂ ਬੈਚ, ਹੋਰ ਜਿਹੜੀਆਂ ਵੀ ਚੀਜ਼ਾਂ ਅਸੀਂ ਕਰ ਰਹੇ ਹਾਂ, ਠੀਕ ਹੈ। ਅਗਰ ਤੁਸੀਂ ਅੱਜ ਕਰਦੇ ਹੋ ਤਾਂ ਅੱਜ ਤੁਹਾਨੂੰ ਇਹ ਫਲੈਟ ਮਿਲ ਜਾਊਗਾ ਜੀ ਕਿੰਨੇ ਦਾ, 4100 ਰੁਪਏ ਦਾ। ਤੁਸੀਂ ਇੱਕ ਕੋਡ ਯੂਜ਼ ਕਰਨਾ। ਕੋਡ ਕੀ ਯੂਜ਼ ਕਰਨਾ, ਧਿਆਨ ਨਾਲ ਨੋਟ ਕਰ ਲਓ, ਮੈਂ ਤੁਹਾਨੂੰ ਲਿਖਵਾ ਦੇਣਾ ਜੀ। EE 100 ਆਹ ਵਾਲਾ ਕੋਡ ਯੂਜ਼ ਕਰੋਗੇ ਤਾਂ ਤੁਹਾਨੂੰ ਇਹ 5100 ਦਾ ਨਹੀਂ ਮਿਲ ਕੇ ਫਲੈਟ ਕਿੰਨੇ ਦਾ ਮਿਲੂਗਾ ਜੀ, 4100 ਦਾ। 2 ਜਗ੍ਹਾ ਤੇ ਤੁਸੀਂ ਇਹਨੂੰ ਇਨਰੋਲ ਕਰ ਸਕਦੇ ਹੋ। ਅਗਰ ਤੁਸੀਂ ਐਂਡਰੋਇਡ ਯੂਜ਼ਰ ਹੋ ਤਾਂ ਗੂਗਲ ਪਲੇ ਸਟੋਰ ਤੇ ਜਾ ਕੇ ਸਾਡੀ ਐਪ ਡਾਊਨਲੋਡ ਕਰ ਲਓ, ਉੱਥੇ ਜਾ ਕੇ ਤੁਸੀਂ ਕਰ ਸਕਦੇ ਹੋ। ਤੁਸੀਂ iOS ਯੂਜ਼ਰ ਹੋ ਤਾਂ ਫਿਰ ਤੁਸੀਂ ਵੈਬਸਾਈਟ ਦੇ ਥਰੂ ਕਰ ਸਕਦੇ ਹੋ, ਜੋ ਕਿ ਸਫਾਰੀ ਬਰਾਊਜ਼ਰ ਦੇ ਥਰੂ ਤੁਸੀਂ ਜਾ ਸਕਦੇ ਹੋ। ਉੱਥੇ ਜਾਓਗੇ, ਤੁਸੀਂ ਲੌਗਇਨ ਕਰੋਗੇ, ਸਾਈਨ ਅਪ ਕਰੋਗੇ, ਲੌਗਇਨ ਕਰੋਗੇ ਤਾਂ ਤੁਸੀਂ ਜਾ ਕੇ ਤੇ ਉਸੇ ਬਰਾਊਜ਼ਰ ਦੇ ਥਰੂ, ਜਾਂ ਫਿਰ ਤੁਸੀਂ ਲੈਪਟਾਪ ਤੇ ਕਰਨਾ ਚਾਹੁੰਦੇ ਹੋ, ਲੈਪਟਾਪ ਤੇ ਵੀ ਸਿੱਧੀ ਤੁਸੀਂ ਵੈਬਸਾਈਟ ਤੇ ਭਰਨੀ ਹੈ ਜੀ www.electricenglish.in। ਉੱਥੇ ਜਾ ਕੇ ਤੁਸੀਂ ਕਰਕੇ ਕਰ ਸਕਦੇ ਹੋ, ਠੀਕ ਹੈ ਜੀ। ਧੰਨਵਾਦ।